ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦਾ ਪਾਵਨ ਸ਼ਬਦ 73 ਅੰਗ 'ਤੇ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਦੁਪਹਿਰ ਦੇ ਸਮੇਂ 'ਤੇ 3 ਸ਼ਬਦ ਹੋਏ ਸਨ। ਸੋ ਆਓ ਸਤਿਗੁਰੂ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੋ ਇਹ ਸ਼ਬਦ ਦਾ ਉਚਾਰਨਾ ਉਦੋਂ ਹੋਇਆ ਜਦੋਂ ਇੱਕ ਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛਿੰਝ ਪਈ। ਉਸ ਵਕਤ ਬੇਨਤੀ ਕੀਤੀ ਕਈਆਂ ਨੇ ਕਿ ਆਪਾਂ ਨੂੰ ਵੀ ਛਿੰਝ ਦੇਖਣ ਜਾਣਾ ਚਾਹੀਦਾ। ਭਾਵ ਮੱਲਾਂ ਦੀਆਂ ਕੁਸ਼ਤੀਆਂ ਹੋਈਆਂ। ਪੁਰਾਣੇ ਸਮੇਂ ਦੀਆਂ ਖੇਡਾਂ ਬਹੁਤ ਪ੍ਰਚਲਿਤ ਖੇਡਾਂ ਸਨ। ਬੜੇ ਸ਼ੌਂਕ ਨਾਲ ਦੁਨੀਆ ਦੇਖਣ ਜਾਂਦੀ ਸੀ। ਉਸ ਵਕਤ ਮਹਾਰਾਜ ਕੋਲ ਬੇਨਤੀ ਕੀਤੀ ਕਿ ਛਿੰਝ ਸਾਰਿਆਂ ਨੇ ਦੇਖਣੀ ਹੈ, ਆਪ ਜੀ ਵੀ ਚੱਲੋ। ਬਹੁਤ ਭਾਰੀ ਇਕੱਠ ਹੈ, ਬੜੇ ਮੱਲ ਘੁਲਣ ਵਾਸਤੇ ਆਏ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਛਿੰਝ ਤਾਂ ਹਰ ਰੋਜ਼ ਹੀ ਪੈਂਦੀ ਹੈ, ਮੱਲਾਂ ਦਾ ਅਖਾੜਾ ਤਾਂ ਬਣਿਆ ਹੀ ਹੋਇਆ। ਮੱਲ ਜਿੱਤਦੇ ਨੇ, ਮੱਲ ਹਾਰਦੇ ਨੇ। ਗੁਰਸਿੱਖ ਕਹਿਣ ਲੱਗੇ ਮਹਾਰਾਜ ਛਿੰਝ ਰੋਜ਼ ਕਿੱਥੇ ਪੈਂਦੀ ਹੈ। ਸਤਿਗੁਰੂ ਕਹਿਣ ਲੱਗੇ ਜਿਹੜੀ ਛਿੰਝ ਵਾਹਿਗੁਰੂ ਨੇ ਪਾਈ ਹੈ ਅਸੀਂ ਉਹ ਛਿੰਝ ਦੇਖ ਰਹੇ ਹਾਂ, ਤੁਸੀਂ ਵੀ ਉਸੇ ਛਿੰਝ ਨੂੰ ਹਰ ਵਕਤ ਦੇਖਣਾ ਕਰੋ। ਇਹ ਸੰਸਾਰੀ ਛਿੰਝ ਹੈ, ਘੜੀ ਦਾ ਤਮਾਸ਼ਾ ਹੈ, ਪਰ ਉਹ ਛਿੰਝ ਹਮੇਸ਼ਾ ਹੀ ਪਰਮੇਸ਼ਰ ਦੀ ਬਣੀ ਰਹਿੰਦੀ ਹੈ ਜਿਹਦੇ ਨਾਲ ਜੀਵ ਦਾ ਭਲਾ ਹੁੰਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ। ਪਹਿਲੀਆਂ 2 ਤੁਕਾਂ ਰਹਾਉ ਦੀਆਂ ਹਨ। ਪੈ ਪਾਏ ਮਨਾਈ ਸੋਏ ਜੀਓ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਸੋਏ ਜੀਓ। ਸੋ ਵੰਦੀਕ ਉਹ ਜੋ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਦੇ ਪੈ ਤੋਂ ਭਾਵ ਚਰਨੀ ਆਪਣੇ ਆਪ ਨੂੰ ਪਾ ਕੇ ਮੈਂ ਤਾਂ ਉਹਨਾਂ ਨੂੰ ਹੀ ਮਨਾਉਂਦਾ ਹਾਂ। ਅਥਵਾ ਜੀਵ ਰੂਪ ਇਸਤਰੀ ਹੋਣ ਕਰਕੇ ਕਹਿੰਦੇ ਮੈਂ ਤਾਂ ਉਹਨਾਂ ਨੂੰ ਹੀ ਮਨਾਉਂਦੀ ਹਾਂ। ਪੈ ਪਾਏ ਮਨਾਈ ਸੋਏ ਜੀਓ। ਸਤਿਗੁਰ ਪੁਰਖ ਮਿਲਾਇਆ ਇਸ ਜੇ ਵੜੇ ਅਵਰ ਨਾ ਕੋਏ ਜੀਓ ਰਹਾਓ। ਸਤਿਗੁਰਾਂ ਨੇ ਅਕਾਲ ਪੁਰਖ ਨਾਲ ਮਿਲਾ ਦਿੱਤਾ ਸਾਨੂੰ। ਇਸ ਕਰਕੇ ਜੀਓ ਤੋਂ ਭਾਵ ਹੈ ਭਾਈ ਸਾਡੇ ਗੁਰਾਂ ਜਿੱਡਾ ਵੱਡਾ ਹੋਰ ਕੌਣ ਹੈ। ਜਿਨ੍ਹਾਂ ਸਤਿਗੁਰਾਂ ਨੇ ਅਕਾਲ ਪੁਰਖ ਦੇ ਨਾਲ ਸਾਨੂੰ ਮਿਲਾਇਆ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਥਾਹੁ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਹਿ ਪਰਵਾਰਿਆ। ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ। ਇਸ ਕਰਕੇ ਸਾਰਾ ਕੁਝ ਤੁਸੀਂ ਆਪ ਹੋ। ਨਾਨਕ ਤੂੰ ਲਹਿਣਾ ਤੂੰ ਗੁਰ ਅੰਗਦ ਤੂੰ ਵਿਚਾਰ ਗੁਰ ਅਮਰ ਤੂੰ ਵਿਚਾਰਿਆ। ਗੁਰ ਡਿੱਠਾ ਤਾਂ ਮਨ ਸਾਧਾਰਿਆ। ਇਸ ਕਰਕੇ ਅਸੀਂ ਤਾਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਹੀ ਸਭ ਤੋਂ ਵੱਡਾ ਮੰਨਿਆ। ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦਿੱਤਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਰਹਾਓ ਤੋਂ ਭਾਵ ਵਿਸ਼ਰਾਮ ਸਨਾਬੀ ਟੀਕਾ ਸ਼ਬਦ ਦਾ ਮੁੱਖ ਪ੍ਰਯੋਜਨ। ਗੋਸਾਈ ਮਹਿੰਡਾ ਇਠੜਾ ਅੰਮ ਅੱਬੇ ਥਾਵਹੋ ਮਿੱਠੜਾ। ਗੱਗੇ ਨੂੰ ਹੋੜਾ ਹੋਣ ਕਰਕੇ ਗੋਸਾਈ, ਜੇ ਔਂਕੜ ਹੁੰਦਾ ਤਾਂ ਗੁਸਾਈ ਛੇਤੀ ਬੋਲਿਆ ਜਾਣਾ ਸੀ। ਗੋ ਨਾਮ ਧਰਤੀ ਦਾ ਹੈ, ਸਾਈਂ ਨਾਮ ਮਾਲਕ ਦਾ। ਗੋ ਅੱਖਰ ਜਿੱਥੇ ਵੀ ਆ ਗਿਆ ਗੋ ਪਾਲ, ਗੋ ਨਾਮ ਧਰਤੀ ਦਾ, ਪਾਲ ਨਾਮ ਪਾਲਣਾ ਕਰਨ ਵਾਲਾ। ਸੋ ਮਹਾਰਾਜ ਫਰਮਾਉਂਦੇ ਨੇ ਜੋ ਪ੍ਰਿਥਵੀ ਦਾ ਮਾਲਕ ਅਥਵਾ ਸਾਰੀਆਂ ਧਰਤੀਆਂ ਦਾ ਮਾਲਕ ਵਾਹਿਗੁਰੂ ਹੈ। ਮਹਿੰਡਾ ਤੋਂ ਭਾਵ ਮੇਰਾ ਉਹ ਇਠੜਾ ਹੁੰਦਾ ਪਿਆਰਾ। ਇਠੜਾ ਜਿਵੇਂ ਇਸ਼ਟ ਹੁੰਦਾ ਅੱਖਰ, ਇਸ਼ਟ ਨਾਮ ਪਿਆਰਾ ਮੇਰਾ। ਇਠੜਾ ਨਾਮ ਪਿਆਰਾ ਹੈ ਮੇਰਾ। ਅੰਮ ਹੁੰਦੀ ਹੈ ਮਾਂ ਤੇ ਅੱਬੇ ਹੁੰਦੇ ਨੇ ਪਿਓ। ਮਹਾਰਾਜ ਕਹਿੰਦੇ ਅੰਮ ਅੱਬੇ ਥਾਵਹੋ ਮਿੱਠੜਾ। ਮਾਂ ਅਤੇ ਪਿਤਾ ਨਾਲੋਂ ਵੀ ਉਹਨਾਂ ਦੇ ਥਾਂਓਂ ਉਹਨਾਂ ਨਾਲੋਂ ਵੀ ਮਿੱਠੜਾ ਪਿਆਰਾ ਲੱਗ ਰਿਹਾ ਮੈਨੂੰ ਵਾਹਿਗੁਰੂ ਪਰਮਾਤਮਾ।
ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਇ ਜੀਓ। ਇਸ ਸੰਸਾਰ ਦੇ ਭੈਣ ਭਰਾ ਕੀ ਚੀਜ਼ ਨੇ? ਮਹਾਰਾਜ ਕਹਿੰਦੇ ਨੇ, ਦੇਖਿਆ ਹੀ ਹੈ ਭਰਾ ਪਿਰਥੀਆ ਕਿੰਨਾ ਰੌਲਾ ਪਾਉਂਦਾ। ਮਹਾਦੇਵ ਜੀ ਵੈਸੇ ਹੀ ਅਵਧੂਤ ਨੇ। ਸੋ ਇਸ ਕਰਕੇ ਪ੍ਰਮਾਤਮਾ ਹੀ ਭੈਣ ਭਰਾ ਤੇ ਸਾਰੇ ਸੱਜਣਾ ਵਿੱਚੋਂ ਮੈਨੂੰ ਆਪ ਜੀ ਵਰਗਾ ਕੋਈ ਨਜ਼ਰ ਨਹੀਂ ਆਇਆ। ਤੁਸੀਂ ਉਹੀ ਭੈਣ ਭਰਾ ਹੋ, ਤੁਸੀਂ ਉਹੀ ਮਾਤਾ ਪਿਤਾ ਹੋ। ਤੇਰਾ ਹੁਕਮੇ ਸਾਵਣ ਆਇਆ, ਮੈਂ ਸਤ ਕਾ ਹਲ ਜੋ ਆਇਆ। ਇਹ ਵਾਹਿਗੁਰੂ ਆਪ ਦੇ ਹੁਕਮ ਵਿੱਚ ਹੀ ਪ੍ਰੇਮ ਰੂਪ ਮਨੁੱਖਾ ਜਨਮ ਰੂਪ ਸਾਉਣ ਦਾ ਮਹੀਨਾ ਆ ਕੇ ਪ੍ਰਾਪਤ ਹੋਇਆ। ਸੋ ਇਸ ਮਨੁੱਖਾ ਦੇ ਰੂਪ ਸਾਉਣ ਵਿਖੇ ਮੈਂ ਸਤ ਦਾ ਨਿਸ਼ਚੇ ਕਰਨੇ ਰੂਪ ਹਲ ਜੋੜਨਾ ਕੀਤਾ। ਕਿਉਂਕਿ ਸਾਉਣ ਦੇ ਮਹੀਨੇ ਵਿੱਚ ਤੀਆਂ ਆਦਿਕ ਦਾ ਲੱਗਣਾ, ਛਿੰਝ ਪੈਣੀ, ਲੋਕਾਂ ਨੇ ਜਾਣਾ, ਮੇਲੇ ਲੱਗਣੇ। ਇਸ ਤਰ੍ਹਾਂ ਕਰਕੇ ਤਾਈਓ ਸਤਿਗੁਰੂ ਨੇ ਉਹ ਅਲੰਕਾਰ ਬਣਾਇਆ ਹੈ ਕਿ ਤੇਰਾ ਹੁਕਮੇ ਸਾਵਣ ਆਇਆ। ਤੇਰੇ ਹੁਕਮ ਦੇ ਵਿੱਚ ਜਾਂ ਪ੍ਰੇਮ ਰੂਪ ਮਨੁੱਖਾ ਜਨਮ ਸਾਉਣ ਦਾ ਮਹੀਨਾ ਮਿਲਿਆ। ਅਸਲ ਵਿੱਚ ਮਨੁੱਖਾ ਜਨਮ ਹੀ ਸਾਉਣ ਦਾ ਮਹੀਨਾ। ਇਹਦੇ ਵਿੱਚ ਜਿਹੜਾ ਮੈਂ ਹਲ ਚਲਾਇਆ ਹੈ ਮਨੁੱਖਾ ਰੂਪੀ ਦੇਹ ਦੇ ਵਿੱਚ, ਅਥਵਾ ਦੇਹ ਰੂਪ ਸਾਉਣ ਦੇ ਮਹੀਨੇ 'ਚ ਮੈਂ ਸਤ ਦਾ, ਜੋ ਸਤ ਪ੍ਰਮਾਤਮਾ ਹੈ ਉਹਦਾ ਨਿਸ਼ਚਾ ਕਰਨ ਰੂਪ ਹਲ ਚਲਾਇਆ, ਅਥਵਾ ਸਤ ਸੱਚ ਪ੍ਰਤੱਗੀ ਹੋਣਾ, ਸੱਚ ਬੋਲਣ ਦਾ ਹਲ ਚਲਾਇਆ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਇਹ ਵਾਹਿਗੁਰੂ ਤੇਰੀ ਆਸਾ ਕਰਕੇ ਬੁੱਧੀ ਰੂਪ ਜ਼ਮੀਨ ਵਿੱਚ ਨਾਮ ਰੂਪ ਬੀਜ ਨੂੰ ਬੀਜਣ ਲੱਗਿਆ। ਇਹ ਹਰ ਜੀਓ ਆਪਣੀ ਬਖਸ਼ਿਸ਼ ਰੂਪੀ ਬੋਹਲ ਨੂੰ ਤੁਸੀਂ ਆਪ ਹੀ ਕਿਰਪਾ ਕਰਕੇ ਜਮਾਉਣਾ ਹੈ, ਪੈਦਾ ਕਰਨਾ ਹੈ, ਅੰਕੁਰ ਫੁਟਾਉਣਾ ਹੈ। ਹਉ ਗੁਰ ਮਿਲੇ ਇੱਕ ਪਛਾਣਦਾ, ਦੂਜਾ ਕਾਗਲ ਚਿੱਤ ਨਾ ਜਾਣਦਾ। ਮੈਂ ਸਤਿਗੁਰੂ ਨਾਲ ਮਿਲ ਕੇ ਇੱਕ ਆਪ ਜੀ ਦੇ ਨਾਮ ਦਾ ਚਿੰਤਨ ਕਰਨਾ ਪਛਾਣਦਾ। ਨਾਮ ਤੋਂ ਬਿਨਾਂ ਦੂਜੇ ਕਾਗਲ ਹੁੰਦਾ, ਕਾਗਜ਼ ਚਿੱਤਰ ਨੇ, ਮੈਂ ਨਹੀਂ ਜਾਣਦਾ। ਦੂਜਾ ਕਾਗਲ ਹੁੰਦਾ, ਦੂਜਾ ਤੋਂ ਭਾਵ ਦਵੈਤ। ਦਵੈਤ ਦੀ ਕਾ ਗੱਲ ਭਾਵ ਕੋਈ ਗੱਲ ਵੀ ਮੈਂ ਨਹੀਂ ਜਾਣਦਾ। ਹਰ ਇੱਕ ਤੈ ਕਾਰੈ ਲਾਇਓ ਨ, ਜਿਉ ਭਾਵੈ ਤਿਵੈ ਨਿਭਾਹੇ ਜੀਓ। ਇਹ ਹਰੀ ਪਰਮੇਸ਼ਰ ਜੀ, ਤੁਸੀਂ ਮੈਨੂੰ ਇੱਕ ਭਗਤੀ ਰੂਪ ਕੰਮ ਦੇ ਵਿੱਚ ਲਾਇਆ, ਕਾਰ ਵਿੱਚ ਲਾਇਆ, ਸਾਨੂੰ ਲਗਾਉਣਾ ਕੀਤਾ ਹੈ। ਹੁਣ ਜਿਵੇਂ ਆਪ ਜੀ ਨੂੰ ਭਾਵੇ ਉਸੇ ਪ੍ਰਕਾਰ ਮੈਂ ਜੀਵ ਦਾ ਕੰਮ ਕਿਰਪਾ ਕਰਕੇ ਸਿਰੇ ਚੜ੍ਹਾ ਦਿਓ, ਮੇਰੇ ਤੇ ਮਿਹਰ ਕਰ ਦਿਓ। ਆਪਾਂ ਨੇ ਬੇਨਤੀ ਇਸ ਤਰ੍ਹਾਂ ਕਰਨੀ, ਆਪਾਂ ਨੂੰ ਜਾਚ ਦੱਸ ਰਹੇ ਨੇ ਕਿ ਸਾਡੇ ਉੱਤੇ ਕਿਰਪਾ ਕਰ ਦਿਓ, ਜਿਵੇਂ ਮਰਜ਼ੀ ਸਿਰੇ ਚੜ੍ਹਾ ਦਿਓ। ਤੁਸੀਂ ਭੋਗਿਓ ਪੁੰਚੋ ਭਾਈ ਹੋ, ਗੁਰ ਦੀ ਬਾਣ ਕਵਾਏ ਪੈ ਨਾਈਓ। ਮਹਾਰਾਜ ਫਰਮਾਉਂਦੇ ਨੇ, ਇਹ ਭਾਈਓ, ਇਹ ਸਾਧ ਸੰਗਤ, ਗੁਰਸਿੱਖੋ ਪਿਆਰਿਓ, ਤੁਸੀਂ ਨਾਮ ਰੂਪ ਭੋਜਨ ਨੂੰ ਆਪ ਛਕੋ, ਭਾਵ ਜਪਣਾ ਕਰੋ ਅਤੇ ਹੋਰਨਾਂ ਨੂੰ ਛਕਾਓ, ਹੋਰਨਾਂ ਨੂੰ ਜਪਾਓ। ਸਤਿਗੁਰੂ ਜੀ ਨੇ ਸਤਸੰਗ ਰੂਪੀ ਦੀ ਬਾਣ ਤੋਂ ਭਾਵ ਸਭਾ ਵਿੱਚ ਲਿਜਾ ਕੇ ਭਗਤੀ ਰੂਪੀ ਜਿਹੜੀ ਕਵਾਏ ਹੈ, ਕਵਾਏ ਹੁੰਦੀ ਪੋਸ਼ਾਕ ਪਹਿਨਾਈ ਹੈ। ਭਗਤੀ ਰੂਪੀ ਪੋਸ਼ਾਕ ਦੀ ਬਾਣ ਦੇ ਵਿੱਚ ਲਿਜਾ ਕੇ, ਸਭਾ ਦੇ ਵਿੱਚ ਲਿਜਾ ਕੇ ਪਹਿਨਾਈ ਆਪਾਂ ਨੂੰ। ਹਉ ਹੋਆ ਮਾਹਰ ਪਿੰਡ ਦਾ, ਬੰਨ ਆਂਦੇ ਪੰਜ ਸਰੀਕ ਜੀਓ। ਇਸ ਕਰਕੇ ਹੁਣ ਮੈਂ ਪਿੰਡ ਕੀ ਹੈ, ਸਰੀਰ ਰੂਪ ਪਿੰਡ। ਭਲਵਾਨ ਪਿੰਡਾਂ ਵਿੱਚ ਆਉਂਦੇ ਸੀ ਕੁਸ਼ਤੀ ਕਰਨ, ਕਹਿੰਦੇ ਮੈਂ ਸਰੀਰ ਰੂਪ ਪਿੰਡ ਦਾ ਮਾਹਰ ਤੋਂ ਭਾਵ ਚੌਧਰੀ, ਨੰਬਰਦਾਰ ਬਣ ਗਿਆ। ਅਤੇ ਜੀਵ ਦੇ ਕਾਮ ਕ੍ਰੋਧ ਆਦਿਕ ਪੰਜ ਜਿਹੜੇ ਸਰੀਕ ਸੀ, ਦੁਸ਼ਮਣ ਸੀ, ਬੰਨ ਆਂਦੇ, ਇਹ ਮੈਂ ਬੰਨ ਕੇ ਲੈ ਆਇਆ ਪੰਜਾਂ ਨੂੰ, ਚੰਗੀ ਤਰ੍ਹਾਂ ਬੰਨ ਲਿਆ ਹੈ ਇਹਨਾਂ ਨੂੰ। ਹਉ ਆਇਆ ਸਾਮੈ ਤਿਹੰਡੀਆ, ਪੰਜ ਕਿਰਸਾਨ ਮੁਜੇਰੇ ਮਹਿੰਡਿਆ। ਜਦ ਤੋਂ ਹਉ ਤੋਂ ਭਾਵ ਮੈਂ ਤਿਹੰਡੀਆ ਤੁਹਾਡੀ, ਸਾਮੈ ਤੋਂ ਭਾਵ ਸ਼ਰਨ ਵਿੱਚ ਆਇਆ, ਉਦੋਂ ਤੋਂ ਪੰਜ ਗਿਆਨ ਇੰਦਰੀਏ ਰੂਪ ਕਿਰਸਾਨ ਜਿਹੜੇ ਜ਼ਿਮੀਂਦਾਰ ਨੇ ਮਹਿੰਡਿਆ ਮੇਰੇ, ਉਹ ਮੁਜੇਰੇ ਹੁੰਦੇ ਨੇ, ਭਾਵ ਮੁਜਾਰੇ ਭਾਵ ਕਾਮੇ ਹੋ ਗਏ ਨੇ। ਕਹਿਣ ਤੋਂ ਭਾਵ ਕਿ ਪੰਜ ਗਿਆਨ ਇੰਦਰੇ ਹੁਣ ਮੇਰੇ ਅਧੀਨ ਚੱਲਦੇ ਨੇ, ਮੇਰੇ ਤੋਂ ਬਾਹਰ ਨਹੀਂ। ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਘੁੱਗ ਗਿਰਾਓ ਜੀਓ। ਕੰਨ
ਇੱਥੇ ਹੈ ਕੱਕੇ ਉੱਤੇ ਟਿੱਪੀ, ਨੰਨੇ ਨੂੰ ਔਂਕੜ। ਬੋਲਣ ਵਿੱਚ ਲੱਗਦਾ ਜਿਵੇਂ ਕੰਨ ਹੁੰਦਾ ਸੁਣਨ ਵਾਲਾ, ਪਰ ਇੱਥੇ ਹੈ ਥੋੜ੍ਹਾ ਜਿਹਾ ਭਾਰਾ ਕਰਕੇ ਜ਼ੋਰ ਦੇ ਕੇ ਬੋਲਣਾ। ਕੰਨ ਕੋਈ ਕੱਢ ਨਾ ਹੰਗਈ, ਕੰਨ ਹੁੰਦਾ ਇੱਥੇ ਕੰਧਾ, ਮੋਢਾ। ਕਹਿੰਦੇ ਉਹਨਾਂ ਇੰਦਰੀਆਂ ਵਿੱਚੋਂ ਹੁਣ ਕੋਈ ਇੰਦਰੀਆਂ ਵੀ ਜਿਹੜੀਆਂ ਕੰਨ ਨੇ, ਭਾਵ ਮੋਢਾ, ਭਾਵ ਸਿਰ ਉੱਚਾ ਨਹੀਂ ਕਰ ਸਕਦਾ। ਕੋਈ ਇੰਦਰੀਆਂ ਵੀ ਵਿਸ਼ਿਆਂ ਦੀ ਤਰਫ ਬਲ ਨਹੀਂ ਪਾ ਸਕਦੀਆਂ, ਉਹਨਾਂ ਦਾ ਬਲ ਮੁਕਾ ਦਿੱਤਾ। ਹੁਣ ਜਿਵੇਂ ਕਿਸੇ ਪਿੰਡ ਵਿੱਚ ਬਿਲਕੁਲ ਉਜਾੜ ਪਈ, ਉੱਲੂ ਕਾਂ ਬੋਲਣ ਤਾਂ ਉਹ ਪਿੰਡ ਉੱਜੜ ਜਾਂਦਾ। ਇਸੇ ਤਰ੍ਹਾਂ ਸਰੀਰ ਰੂਪ ਪਿੰਡ ਵਿੱਚ ਮਨ ਰੂਪ ਉੱਲੂ ਦੇ ਬੋਲਣ ਕਰਕੇ ਸਰੀਰ ਉੱਜੜ ਰਿਹਾ ਸੀ। ਗੁਰੂ ਸਾਹਿਬ ਜੀ ਬਚਨ ਕਰਦੇ ਨੇ ਵੀ ਜਿਸ ਵੇਲੇ ਮਨ ਰੂਪ ਉੱਲੂ ਨੂੰ ਫੜ ਕੇ ਕਾਬੂ ਕਰ ਲਿਆ, ਉਸ ਵੇਲੇ ਸਰੀਰ ਰੂਪ ਗਿਰਾਉਂ ਪਿੰਡ ਸ਼ੁਭ ਗੁਣਾਂ ਨਾਲ ਘੁੱਗ। ਗਿਰਾਉਂ ਜੀ ਉਹ ਘੁੱਗ ਹੁੰਦਾ ਸੰਘਣਾ, ਮੁੱਠਾ ਹੁੰਦਾ ਵਸ ਗਿਆ। ਮਹਾਰਾਜ ਦੀ ਕਿਰਪਾ ਹੋ ਗਈ ਆ। 5 ਗਿਆਨ ਇੰਦਰੇ ਕਾਬੂ 'ਚ ਹੋ ਗਏ ਨੇ। ਅੱਖਾਂ, ਕੰਨ, ਚਮੜੀ, ਇਸੇ ਤਰ੍ਹਾਂ ਨਾਸਕਾ, ਸਾਡੀ ਜ਼ੁਬਾਨ, ਇਹ ਹੁਣ ਸਾਡੇ ਕੰਟਰੋਲ ਵਿੱਚ ਨੇ, ਬਾਹਰ ਨਹੀਂ ਜਾਂਦੇ। ਇਹੀ 5 ਗਿਆਨ ਇੰਦਰੀਏ ਕਿਸਾਨ ਜ਼ਿਮੀਂਦਾਰ ਮੇਰੇ ਕਾਮੇ ਬਣ ਗਏ। ਹੁਣ ਨਹੀਂ ਕੋਈ ਇਹਨਾਂ ਵਿੱਚੋਂ ਉੱਪਰ ਨੂੰ ਮੋਢਾ ਚੁੱਕ ਕੇ ਖੰਘਦਾ ਨਹੀਂ ਮੇਰੇ ਵੱਲ ਦੇਖ ਕੇ, ਨਾ ਹੀ ਕੋਈ ਇੱਧਰ ਨੂੰ ਮੋਢਾ ਕਰਦਾ, ਬਲ ਨਹੀਂ ਪਾ ਸਕਦਾ ਆਪਣਾ ਮੇਰੇ ਤੇ। ਅੱਗੇ 5 ਗਿਆਨ ਇੰਦਰੀਏ ਜਿਹੜੇ ਮੈਨੂੰ ਪਰੇਸ਼ਾਨ ਕਰਦੇ ਸੀ, ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹਨਾਂ ਵਿੱਚ ਮੈਨੂੰ ਫਸਾਈ ਰੱਖਦੇ ਸੀ। ਅੱਗੇ ਹਉ ਵਾਰੀ ਘੁੰਮਾ ਜਾਵੰਦਾ, ਇੱਕ ਸਾਹਾ ਤੁਧ ਧਿਆਇਂਦਾ। ਹੇ ਵਾਹਿਗੁਰੂ, ਮੈਂ ਆਪ ਜੀ ਤੋਂ ਮਨ ਕਰਕੇ ਵਾਰ ਨੇ ਤੇ ਤਨ ਕਰਕੇ ਘੁੰਮਾ ਹੁੰਦਾ, ਬਲਿਹਾਰ ਜਾਂਦਾ। ਹਉ ਵਾਰੀ ਘੁੰਮਾ ਜਾਵੰਦਾ, ਇੱਕ ਸਾਹਾ ਤੁਧ ਧਿਆਇਂਦਾ। ਇਹ ਸ਼ਹਿਨਸ਼ਾਹ ਵਾਹਿਗੁਰੂ, ਇੱਕ ਤੁਹਾਨੂੰ ਹੀ ਮੈਂ ਧਿਆਉਂਦਾ ਜੀ। ਇੱਕ ਸਾਹਾ ਹੁੰਦਾ, ਇੱਕ ਰਸ ਲਗਾਤਾਰ, ਇੱਕ ਸਾਹਾ ਤੁਧ ਧਿਆਇਂਦਾ। ਸਵਾਸ ਸਵਾਸ, ਇੱਕ ਸਾਹ ਲਗਾਤਾਰ ਹੀ ਬਿਨਾਂ ਰੁਕਿਆ ਮੈਂ ਵਾਹਿਗੁਰੂ 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 ਵਾਹਿਗੁਰੂ, ਰੁਕਦਾ ਹੀ ਨਹੀਂ ਮੈਂ। ਇੱਕ ਸਾਹਾ ਤੁਧ ਧਿਆਇਂਦਾ। ਇਹ ਇੱਕ ਸਾਹਾ ਸ਼ਹਿਨਸ਼ਾਹ ਪਰਮਾਤਮਾ, ਇੱਕ ਰਸ ਲਗਾਤਾਰ ਤੁਹਾਨੂੰ ਹੀ ਧਿਆਉਂਦਾ ਹਾਂ ਮੈਂ। ਉਜੜ ਥੇਹ ਵਸਾਇਓ, ਹਉ ਤੁਧ ਵਿਟਹੁ ਕੁਰਬਾਨ ਜੀਓ। ਅੰਤःਕਰਨ ਰੂਪ ਜਿਹੜਾ ਥੇ ਉਜੜਿਆ ਹੋਇਆ ਸੀ, ਉਹ ਮੁੜ ਕੇ ਸ਼ੁਭ ਗੁਣਾਂ ਨਾਲ ਤੁਸੀਂ ਵਸਾ ਦਿੱਤਾ। ਮੈਂ ਆਪ ਜੀ ਤੋਂ ਬਲਿਹਾਰ ਕੁਰਬਾਨ ਜਾਵਾਂ, ਜਿੱਥੇ ਔਗਣਾ ਕਰਕੇ ਮੈਂ ਉਜੜਿਆ ਪਿਆ ਸੀ। ਹੁਣ ਤੁਸੀਂ ਇਹੋ ਜਿਹੀ ਕਿਰਪਾ ਕੀਤੀ ਨਾਮ ਦੀ ਕਿ ਸਾਰੇ ਇੰਦਰੀਏ ਮੇਰੇ ਕਾਬੂ 'ਚ ਹੋਏ ਬੈਠੇ ਨੇ। ਮੇਰਾ ਸਰੀਰ ਰੂਪੀ ਘਰ ਫੇਰ ਵਸ ਗਿਆ ਹੈ, ਸ਼ੁਭ ਗੁਣ ਫੇਰ ਆ ਗਏ ਨੇ, ਨਾਮ ਉੱਥੇ ਫੇਰ ਵਸ ਗਿਆ ਹੈ। ਹਰ ਇੱਠੈ ਨਿਤ ਧਿਆਇਂਦਾ, ਮਨ ਚਿੰਦੀ ਸੋ ਫਲ ਪਾਇਂਦਾ। ਇਹ ਇੱਠੈ ਤੋਂ ਭਾਵ ਪਿਆਰੇ ਹਰੀ ਵਾਹਿਗੁਰੂ, ਮੈਂ ਆਪ ਜੀ ਨੂੰ ਹਰ ਰੋਜ਼ ਧਿਆਉਂਦਾ ਹਾਂ। ਹਰ ਇੱਠੈ ਨਿਤ ਧਿਆਇਂਦਾ, ਮਨ ਚਿੰਦੀ ਸੋ ਫਲ ਪਾਇਂਦਾ। ਮਨ ਵਿੱਚ ਵੀ ਜੋ ਚਾਹੁੰਦਾ ਉਹੀ ਫਲ ਆਪ ਜੀ ਪਾਸੋਂ ਮੈਂ ਪ੍ਰਾਪਤ ਕਰਦਾ ਹਾਂ ਜੀ। ਸਭੇ ਕਾਜ ਸਵਾਰਿਅਨ, ਲਾਹੀਅਨ ਮਨ ਕੀ ਭੁੱਖ ਜੀਓ। ਆਪ ਜੀ ਨੇ ਹੁਣ ਮੇਰੇ ਸਾਰੇ ਕੰਮ ਸਵਾਰ ਦਿੱਤੇ ਨੇ। ਗੁਰੂ ਅਰਜਨ ਦੇਵ ਜੀ ਦੇ ਕਿਹੜੇ ਕੰਮ, ਜਿਵੇਂ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ, ਸਰੋਵਰ ਬਣਾਉਣਾ ਪਹਿਲਾਂ, ਫਿਰ ਹਰਿਮੰਦਰ ਸਾਹਿਬ ਦੀ ਰਚਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਪ੍ਰਕਾਸ਼ਮਾਨ ਹੋਣਾ, ਸੰਤੋਖਸਰ ਸਾਹਿਬ ਦਾ ਸਥਾਨ ਬਣਾਉਣਾ, ਇਹ ਸਾਰੇ ਸਥਾਨ ਰਾਮਸਰ ਸਾਹਿਬ ਦਾ ਬਣਨਾ, ਹੋਰ ਬੇਅੰਤ ਕਾਰਜ ਜਿਹੜੇ ਸੀ ਆਪ ਜੀ ਨੇ ਕਿਰਪਾ ਕਰਕੇ ਇਹ ਮਹਾਰਾਜ ਸਾਰੇ ਹੀ ਕਰ ਦਿੱਤੇ। ਆਪ ਜੀ ਨੇ ਮੇਰੇ ਮਨ ਦੀ ਜਿਹੜੀ ਭੁੱਖ ਸੀ, ਤ੍ਰਿਸ਼ਨਾ ਸੀ, ਉਹ ਲਾ ਦਿੱਤੀ। ਤ੍ਰਿਸ਼ਨਾ ਚੰਗੀ ਵੀ ਹੋ ਸਕਦੀ ਹੈ, ਤ੍ਰਿਸ਼ਨਾ ਮਾਇਆ ਦੀ ਮਾੜੀ ਹੈ। ਇਹ ਦੂਜੇ ਪਾਸੇ ਲੱਗ ਜੇ। 10ਵੇਂ ਪਾਤਸ਼ਾਹ ਕਹਿੰਦੇ ਨੇ ਇਹ ਲਾਲਚ, ਤੁਹਾਨੂੰ ਕਾਹਦਾ ਲਾਲਚ ਹੋ ਗਿਆ ਮਹਾਰਾਜ? ਕਹਿੰਦੇ ਹਉ ਗੁਣ ਤਾਉ ਉਚਰੋ। ਕਹਿੰਦੇ ਮੈਂ ਕਹਿੰਦਾ ਵੀ ਸੌਣਾ ਵੀ ਕਾਹਨੂੰ ਹੈ, ਬੋਲਣਾ ਵੀ ਕਾਹਨੂੰ ਹੈ, ਖਾਣਾ ਪੀਣਾ ਵੀ ਕਾਹਨੂੰ ਹੈ। ਹਰ ਵਕਤ ਮੈਨੂੰ ਲਾਲਚ ਹੋਇਆ ਰਹਿੰਦਾ ਸਵਾਸ ਸਵਾਸ ਨਾਮ ਜਪਣ ਦਾ।
ਜਿਵੇਂ ਭਗਤ ਕਬੀਰ ਜੀ ਨੇ ਕਿਹਾ ਸੀ, ਜਬ ਲਗ ਤਾਗਾ ਬਾਹੋਂ ਬੇਹੀ ਤਬ ਲਗ ਬਿਸਰੈ ਰਾਮ ਸਨੇਹ। ਕਹਿੰਦੇ ਜਦੋਂ ਨਲਕੀ ਵਿੱਚੋਂ ਅੰਦਰ ਨੂੰ ਸਾਹ ਖਿੱਚ ਕੇ ਫੂਕ ਮਾਰ ਕੇ ਧਾਗਾ ਖਿੱਚਣਾ ਹੁੰਦਾ ਹੈ, ਉਹਦੇ ਰਾਹੀਂ ਆਪਣੀ ਮਾਤਾ ਨੂੰ ਕਹਿਣ ਲੱਗੇ ਕਿ ਉਦੋਂ ਮੇਰਾ ਇੱਕ ਸਵਾਸ ਖਰਾਬ ਹੋ ਜਾਂਦਾ, ਇਸ ਕਰਕੇ ਮੈਂ ਨਹੀਂ ਧਾਗਾ ਪਾਉਣਾ, ਮੈਂ ਸਾਰੇ ਕੰਮ ਛੱਡੇ। ਤੇ ਮਾਤਾ ਕਹਿਣ ਲੱਗੀ, ਤੂੰ ਨਿਰਾਲਾ ਹੀ ਆ ਗਿਆ ਸੰਸਾਰ ਦੇ ਵਿੱਚ, ਸਾਰੀ ਦੁਨੀਆ ਹੀ ਕੰਮਕਾਰ ਕਰਦੀ, ਤੂੰ ਅਜੀਬ ਬੰਦਾ ਹੈ ਕਿ ਮੇਰਾ ਇੱਕ ਸਵਾਸ ਖਰਾਬ ਹੋ ਜਾਵੇਗਾ। ਇਸ ਕਰਕੇ ਸਤਿਗੁਰੂ ਕਹਿੰਦੇ ਮੈਨੂੰ ਤਾਂ ਹੁਣ ਹੋਰ ਇੱਛਾ ਹੀ ਨਹੀਂ ਹੈ ਕੋਈ, ਬਸ ਸਵਾਸ ਸਵਾਸ ਤੇਰਾ ਨਾਮ ਜਪਣ ਦੀ ਹੀ ਇੱਕ ਇੱਛਾ ਹੈ। ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ। ਮੈਂ ਹੋਰ ਸਾਰੇ ਧੰਦੇ ਛੱਡ ਦਿੱਤੇ ਨੇ। ਗੋ ਸਾਈਂ ਜੋ ਪ੍ਰਿਥਵੀ ਦਾ ਮਾਲਕ ਪਰਮਾਤਮਾ ਹੈ, ਬਸ ਉਹਦੀ ਹੋਈ ਸੇਵਾ ਕਰਦਾ ਹਾਂ, ਭਾਵ ਉਹਦਾ ਹੀ ਨਾਮ ਜਪਦਾ ਹਾਂ। ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿਕ ਜੀਓ। ਨੌ ਨਿਧੀਆਂ ਦਾ ਖਜ਼ਾਨਾ ਰੂਪ ਜੋ ਹਰੀ ਨਾਮ ਪਰਮਾਤਮਾ ਦਾ, ਉਹਨੂੰ ਮੈਂ ਜੀ ਦੇ ਨਿਸ਼ਚੇ ਪੂਰਵਕ ਅੰਦਰੋਂ ਐਨ ਆਪਣੇ ਮਨ ਕਰਕੇ ਨਿਸ਼ਚੇ ਦੇ ਨਾਲ ਬੁੱਧੀ ਰੂਪ ਪੱਲੇ ਵਿੱਚ ਹੁੰਦਾ। ਛਿੱਕ ਤੋਂ ਭਾਵ ਖਿੱਚ ਕੇ ਘੁੱਟ ਕੇ ਬੰਨ੍ਹ ਲਿਆ। ਚੌਥੇ ਪਾਤਸ਼ਾਹ ਦਾ ਸ਼ਬਦ, ਮੈਂ ਛੀਕ ਗਾਂਠਰੀ ਬਾਂਧਾ, ਘੁੱਟ ਕੇ ਪੱਲੇ ਨਾਲ ਦੇ ਬੰਨ੍ਹ ਲਿਆ ਮੈਂ। ਨੌ ਨਿਧੀਆਂ ਦਾ ਜੋ ਖਜ਼ਾਨਾ ਨਾਮ ਹੈ, ਮੈਨੂੰ ਨਾਮ ਬਾਰੇ ਚਾਨਣ, ਜਿਹਨੂੰ ਨਾਮ ਬਾਰੇ ਗਿਆਨ ਹੋ ਜੇ ਉਹ ਨਾਮ ਨੂੰ ਨਹੀਂ ਛੱਡਦਾ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ। ਮੈਂ ਤਾਂ ਜੀ ਸੁੱਖਾਂ ਵਿੱਚੋਂ ਆਤਮਿਕ ਸੁੱਖ ਪ੍ਰਾਪਤ ਕਰ ਲਿਆ। ਉਦੋਂ ਤੋਂ ਮੈਂ ਸੁਖੀ ਹਾਂ ਜਦ ਤੋਂ ਮੈਂ ਆਤਮਿਕ ਸੁੱਖ ਪਾਇਆ ਤੇ ਹਿਰਦੇ ਅੰਦਰ ਗੁਰੂ ਸਾਹਿਬ ਦਾ ਉਪਦੇਸ਼ ਵਸਾ ਲਿਆ ਹੈ ਵੀ ਜੋ ਗੁਰੂ ਸਾਹਿਬ ਨੇ ਕਿਹਾ ਉਹੀ ਕਰਨਾ, ਦੂਜੇ ਕਿਸੇ ਐਰੇ ਗਹਿਰੇ ਦੀ ਗੱਲ ਸੁਣਨੀ ਨਹੀਂ, ਕਿਉਂਕਿ ਐਰੇ ਗਹਿਰੇ ਦਾ ਦਿਮਾਗ ਕੀ ਚੀਜ਼ ਹੈ, ਉਹਦੀ ਬੁੱਧੀ ਕਿੱਥੇ ਖੜੀ। ਜੋ ਗੁਰੂ ਸਾਹਿਬ ਕਹਿੰਦੇ ਨੇ ਉਹੀ ਵੱਡਾ। ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੈ ਹੱਥ ਜੀਓ। ਸਤਿਗੁਰਾਂ ਨੇ ਮੇਰੇ ਉੱਤੇ, ਮੇਰੇ ਸਿਰ ਤੇ ਹੱਥ ਰੱਖ ਕੇ ਕਿਰਪਾ ਕਰਕੇ ਮੈਨੂੰ ਅਕਾਲ ਪੁਰਖ ਦੇ ਦਰਸ਼ਨ ਕਰਾ ਦਿੱਤੇ। ਸਾਖਿਆਤ ਮੇਰੀਆਂ ਜਿਹੜੀਆਂ ਅੱਖਾਂ ਸੀ ਉਹ ਖੋਲ੍ਹ ਦਿੱਤੀਆਂ ਗੁਰਾਂ ਨੇ, ਅੰਦਰੋਂ ਦਿਵ ਦ੍ਰਿਸ਼ਟੀ ਖੋਲ੍ਹ ਦਿੱਤੀ। ਕਹਿ ਨਾਨਕ ਇਹ ਨੇਤਰੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰ ਸਿੱਖਾਂ ਲਹਿੰਦਾ ਭਾਲ ਕੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਨਿਸ਼ਚੇ ਕਰਕੇ ਸੱਚ ਨਾਮ ਜਪਣ ਰੂਪ ਧਰਮਸ਼ਾਲਾ ਬਣਾਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਉੱਤੇ ਨਿਸ਼ਚਾ ਰੱਖਣ ਵਾਲੇ ਗੁਰਸਿੱਖਾਂ ਨੂੰ ਢੂੰਡ ਕੇ ਲਹਿੰਦਾ ਤੋਂ ਭਾਵ ਮੈਂ ਲੈ ਕੇ ਆਉਂਦਾ। ਆਓ ਭਾਈ ਫੇਰ ਬੈਠ ਕੇ ਆਪਾਂ ਨਾਮ ਜਪੀਏ ਸਾਰੇ ਮਿਲ ਕੇ। ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜੀਓ। ਗੁਰਸਿੱਖਾਂ ਦੇ ਪੈਰ ਧੋਂਦਾ। ਮਹਾਰਾਜ ਸੱਚਮੁੱਚ ਹੀ ਧੋਂਦੇ ਸੀ, ਲਿਖਿਆ ਹੀ ਨਹੀਂ ਹੈ, ਆਪ ਵੀ ਸੇਵਾ ਕਰਦੇ ਸੀ। ਗਰਮੀ ਦੀ ਮੌਸਮ ਵਿੱਚ ਉਹਨਾਂ ਨੂੰ ਪੱਖਾ ਫੇਰਦਾ, ਪੱਖਾ ਝੱਲਦਾ। ਇਹ ਵੀ ਝੱਲਿਆ ਮਹਾਰਾਜ ਨੇ ਪਿੱਪਲੀ ਸਾਹਿਬ ਗੁਰੂ ਘਰ ਜਾ ਕੇ, ਅਤੇ ਜੀ ਵਿੱਚ ਭਾਵਨਾ ਧਾਰ ਕੇ ਨਿਉ ਨਿਉ ਕੇ ਉਹਨਾਂ ਦੇ ਚਰਨੀ ਲੱਗਦਾ ਤੇ ਨਿਵ ਨਿਵ ਲਾਗਾਂ ਪਾਏ ਜੀਓ। ਕਹਿਣ ਤੋਂ ਭਾਵ ਕਿ ਮੈਂ ਬੱਧੀ ਸੱਚ ਧਰਮਸਾਲ ਹੈ, ਮੈਨੇ ਬੁੱਧੀ ਰੂਪ ਇੱਕ ਸੱਚੀ ਧਰਮਸ਼ਾਲਾ ਬਣਾਈ ਹੈ। ਗੁਰਸਿੱਖਾਂ ਲਹਿੰਦਾ ਭਾਲਕ ਹੈ। ਇਹ ਬੁੱਧੀ ਵਿੱਚ ਗੁਰਸਿੱਖਿਆ ਨੂੰ ਢੂੰਡ ਕੇ ਲੈਂਦਾ ਹਾਂ। ਪੈਰ ਧੋਵਾਂ, ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਦਾ, ਫਿਰ ਪੱਖਾ ਫੇਰਦਾ। ਉਹ ਕਿਹੜਾ ਪੱਖਾ? ਕਹਿੰਦੇ ਗੁਰੂ ਸਾਹਿਬ ਜੀ ਦਾ ਪੱਖ ਲੈਂਦਾ ਹਾਂ ਤੇ ਨਿਵ ਨਿਵ ਲੱਗਾ ਪਾਏ ਜੀਓ। ਨਿਉ ਨਿਉ ਕੇ ਸਤਿਗੁਰੂ ਮਹਾਰਾਜ ਦੇ ਚਰਨੀ ਲੱਗਦਾ ਹਾਂ। ਇਸ ਤਰ੍ਹਾਂ ਸਤਿਗੁਰਾਂ ਦੇ ਚਰਨੀ ਵੀ ਲੱਗਦਾ ਹਾਂ, ਗੁਰਸਿੱਖਾਂ ਦੀ ਸੇਵਾ ਵੀ ਕਰਦਾ ਹਾਂ। ਸੁਣ ਗੱਲਾਂ ਗੁਰ ਪਹਿ ਆਇਆ। ਜਿਸ ਵੇਲੇ ਪ੍ਰਮਾਤਮਾ ਨਾਲ ਮਿਲਣ ਦੀਆਂ ਭਜਨ ਸਿਮਰਨ ਕਥਾ ਕੀਰਤਨ ਰੂਪ ਗੱਲਾਂ ਸੁਣਨ ਵਾਸਤੇ ਮੈਂ ਗੁਰਾਂ ਕੋਲ ਚੱਲ ਕੇ ਆਇਆ, ਗੁਰੂ ਸਾਹਿਬ ਨੇ ਮੈਨੂੰ ਇੱਕ ਚੀਜ਼ ਪੱਕੀ ਕਰ ਦਿੱਤੀ, ਨਾਮ ਦਾਨ ਇਸਨਾਨ ਦਿੜਾਇਆ। ਗੁਰਾਂ ਨੇ ਮੈਨੂੰ ਬਚਨ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਭਾਈ ਪਹਿਲਾਂ, ਫਿਰ ਭਾਈ ਨਾਮ ਜਪਣਾ, ਫਿਰ ਭਾਈ ਦਾਨ ਦੇਣਾ। ਇਹ ਮੈਨੂੰ ਪੱਕਾ ਕਰ ਦਿੱਤਾ, ਗੁਰਮੁਖ ਨਾਮ ਦਾਨ ਇਸ਼ਨਾਨ। ਸਭ ਮੁਕਤ ਹੋਆ ਸੰਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਸੰਸਾਰ ਦੇ ਸਾਰਿਆਂ ਦੁੱਖਾਂ ਤੋਂ ਮੈਂ ਮੁਕਤ ਹੋ ਗਿਆ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਕਿਉਂਕਿ ਗੁਰੂ ਜੀ ਨੇ ਮੈਨੂੰ ਸੱਚੀ ਭਗਤੀ ਰੂਪੀ
ਵੱਡੀ ਬੇੜੀ ਉੱਤੇ ਚੜਾ ਦਿੱਤਾ। ਸਤਿਗੁਰੂ ਦੇ ਉਪਦੇਸ਼ ਨਾਲ ਤਾਂ ਸਾਰਾ ਸੰਸਾਰ ਹੀ ਮੁਕਤ ਹੋ ਗਿਆ, ਕਿਉਂਕਿ ਗੁਰਾਂ ਦਾ ਜਹਾਜ਼ ਹੀ ਐਡਾ ਵੱਡਾ, ਨਾਮ ਦਾ ਜਹਾਜ਼ ਕੋਈ ਛੋਟਾ ਨਹੀਂ, ਸਾਰੀ ਦੁਨੀਆ ਹੀ ਤਾਰ ਦਿੱਤੀ ਗੁਰਾਂ ਨੇ। ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਇਹ ਮਹਾਰਾਜ ਸਾਰੀ ਦੁਨੀਆ ਆਪ ਜਿਹਨੂੰ ਰਾਤ ਦਿਨ ਰਾਤ ਰਹੀ ਹੈ। ਇਹ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਕੰਨ ਹੁੰਦਾ ਧਿਆਨ ਦੇ ਕੇ ਮੇਰੀ ਅਰਦਾਸ ਸੁਣੋ ਜੀ, ਮੇਰੇ ਵੱਲ ਗਰੀਬ ਵੱਲ ਤੱਕ ਲਓ, ਕੰਨ ਦੇ ਕੇ ਸੁਣਨਾ ਧਿਆਨ ਨਾਲ, ਕਿਰਪਾ ਕਰੋ ਮੇਰੀ ਬੇਨਤੀ ਪ੍ਰਵਾਨ ਕਰੋ ਜੀ। ਠੋਕ ਵਜਾਏ ਸਭ ਡਿੱਠੀਆ, ਤੁਸ ਆਪੇ ਲੈਨ ਛਡਾਏ ਜੀਓ। ਅਸੀਂ ਬਹੁਤ ਠੋਕ ਵਜਾ ਕੇ ਚੰਗੀ ਤਰ੍ਹਾਂ ਪਰਖ ਨਿਰਖ ਕੇ ਨਿਰਣੇ ਕਰਕੇ ਸਭ ਤਰ੍ਹਾਂ ਵੇਖ ਲਿਆ ਕਿ ਤੁਸੀਂ ਜੀ ਦੇ ਵਿੱਚ ਤੁਸ ਹੁੰਦਾ ਪ੍ਰਸੰਨ ਹੋ ਕੇ ਆਪ ਹੀ ਸੇਵਕਾਂ ਨੂੰ ਦੁੱਖਾਂ ਤੋਂ ਜਮਦੂਤਾਂ ਤੋਂ ਛੁਡਾ ਲਿਆ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੈ ਨ ਜਾਣਦਾ। ਹੁਣ ਮਿਹਰਬਾਨ ਪਰਮਾਤਮਾ ਦਾ ਅਜਿਹਾ ਹੁਕਮ ਹੋਇਆ ਹੈ ਜੋ ਕਿਸੇ ਦੇ ਮਗਰ ਪੈ ਕੇ ਕੋਈ ਵੀ ਕਿਸੇ ਨੂੰ ਰੰਜਾਣਦਾ ਹੁੰਦਾ, ਦੁੱਖ ਨਹੀਂ ਦਿੰਦਾ। ਹੁਣ ਰੰਜਾਣਦਾ, ਇਸ ਕਰਕੇ ਨਿਆਂ ਅੱਖਰ ਦੀ ਵਰਤੋਂ ਕੀਤੀ ਮਹਾਰਾਜ ਨੇ। ਸਭ ਸੁਖਾਲੀ ਬੁੱਠੀਆ, ਇਹੋ ਹੋਆ ਹਲੇ ਮੀਰਾਜ ਜੀਓ। ਸਾਰੀ ਸ੍ਰਿਸ਼ਟੀ ਸੁਖੀ ਜਿਹੜੀ ਹੈ ਬੁੱਠੀਆ ਵਸ ਰਹੀ ਆ। ਹੁਣ ਇਸ ਤਰ੍ਹਾਂ ਦਾ ਰਾਜ ਜੀ 'ਚ ਹਲੇਮੀ ਹੁੰਦਾ, ਗਰੀਬੀ ਦੇ ਧਾਰਨ ਨਾਲ ਹੋਇਆ, ਗਰੀਬੀ ਭਾਵਨਾ ਧਾਰਨ ਕਰ ਲਈ, ਨਿਮਰਤਾ ਰੱਖ ਲਈ ਹੈ। ਕਹਿਣ ਤੋਂ ਭਾਵ ਅਰਥ ਗੁਰਾਂ ਦਾ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ। ਹੁਣ ਇਸ ਸਰੀਰ ਜਾਂ ਅੰਤःਕਰਨ ਰੂਪ ਨਗਰ 'ਚ ਮਿਹਰਬਾਨ ਪਰਮਾਤਮਾ ਦਾ ਹੁਕਮ ਸਥਿਤ ਹੋ ਗਿਆ, ਟਿਕ ਗਿਆ ਹੈ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਨਾ, ਫੁਰਮਾਨ ਤੇਰਾ ਸਿਰੈ ਉਪਰ, ਫਿਰ ਨਾ ਕਰਤ ਵਿਚਾਰ। ਸਤਿਗੁਰੂ ਮਹਾਰਾਜ ਕਹਿੰਦੇ ਪੈ ਕੋਈ ਨਾ ਕਿਸੇ ਰੰਜਾਣਦਾ, ਸਭ ਸੁਖਾਲੀ ਬੁੱਠੀਆ। ਇਸ ਲਈ ਕੋਈ ਔਗਣ ਹੁਣ ਜਿਹੜਾ ਪੈ ਪ੍ਰਬਲ ਹੋ ਕੇ ਕਿਸੇ ਸ਼ੁਭ ਗੁਣ ਨੂੰ ਨਹੀਂ ਦਬਾ ਸਕਦਾ। ਸ਼ੁਭ ਗੁਣਾਂ ਦੀ ਸਾਰੀ ਪਰਜਾ ਸੁਖਪੂਰਵਕ ਵਸ ਰਹੀ ਸਰੀਰ ਦੇ ਅੰਦਰ। ਇਹੋ ਹੋਆ ਹਲੇ ਮੀਰਾਜ ਜੀਓ। ਜੀ ਵਿੱਚ ਹੁਣ ਹਲੇਮੀ ਹੁੰਦੀ ਨਿਮਰਤਾ, ਨਿਮਰਤਾ ਦੇ ਧਾਰਨ ਨਾਲ ਇਹ ਰਾਜ ਹੁੰਦਾ ਗਿਆਨ। ਰਾਜ ਦੇ ਜੱਜੇ ਨੂੰ ਔਂਕੜ ਹੈ, ਇਸ ਕਰਕੇ ਰਾਜ ਪ੍ਰਕਾਸ਼ ਹੈ। ਇਹ ਗਿਆਨ ਪ੍ਰਾਪਤ ਹੋ ਗਿਆ। ਰਾਜ ਜੱਜੇ ਨੂੰ ਔਂਕੜ ਨਾ ਹੁੰਦਾ ਤਾਂ ਰਾਜ ਦੁਨੀਆ ਦੇ ਰਾਜ, ਬਹੁਤੇ ਰਾਜ, ਰਾਜ ਦੀ ਗੱਲ, ਭੇਦ ਦੀ ਗੱਲ। ਇੱਥੇ ਰਾਜ ਹੈ ਪ੍ਰਕਾਸ਼। ਸੋ ਗੁਰਮੁਖਾਂ ਦਾ ਰਾਜ ਜਿਹੜਾ ਮਨ ਬਾਣੀ ਸਰੀਰ ਉੱਤੇ ਮਨ ਜੀਤਾ, ਜਗ ਜੀਤ ਰਾਜ ਹੋ ਗਿਆ। ਝਿਮ ਝਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ। ਗੁਰੂ ਰੂਪ ਬੱਦਲ ਵਿੱਚ ਕੀ ਬਖਸ਼ਿਸ਼ ਹੈ? ਸੰਸਾਰੀ ਬੱਦਲ ਤਾਂ ਬਰਸਾਤ ਪਾਈ, ਪਰ ਗੁਰੂ ਰੂਪ ਬੱਦਲ ਛਮਾ ਛਮ ਭਾਵ ਇੱਕ ਰਸ ਉਪਦੇਸ਼ ਨਾਮ ਰੂਪ ਅੰਮ੍ਰਿਤ ਦੀ ਵਰਖਾ ਕਰਦੇ ਨੇ ਸਤਿਗੁਰੂ। ਬੋਲਾਇਆ ਬੋਲੀ ਖਸਮ ਦਾ। ਸੋ ਇਸ ਕਰਕੇ ਕਹਿੰਦੇ ਨੇ ਖਸਮ ਦਾ ਜੋ ਪ੍ਰਮਾਤਮਾ, ਇਹ ਵਾਹਿਗੁਰੂ ਮੈਂ ਤਾਂ ਆਪ ਜੀ ਦਾ ਬੁਲਾਇਆ ਹੋਇਆ ਹੀ ਬੋਲ ਰਿਹਾ ਜੀ। ਬਹੁ ਮਾਣ ਕੀਆ ਤੁਧ ਉੱਪਰੇ, ਤੂੰ ਆਪੇ ਪਾਏ ਥਾਏ ਜੀਓ। ਮੈਂ ਤਾਂ ਆਪ ਜੀ ਦੇ ਉੱਪਰ ਬਹੁਤਾ ਮਾਣ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ। ਤੁਸੀਂ ਆਪ ਹੀ ਮੇਰੇ ਕੀਤੇ ਹੋਏ ਕਰਮਾਂ ਨੂੰ ਥਾਂ ਹੀ ਪਾ ਦਿੰਦੇ ਹੋ, ਸਫਲ ਕਰ ਦਿੰਦੇ ਹੋ। ਕਰਦਾ ਤਾਂ ਮੈਂ ਐਸਾ ਹੀ ਹਾਂ, ਇੰਨਾ ਸਹੀ ਨਹੀਂ ਮੈਂ ਕਰਦਾ। ਕਦੇ ਪਾਠ ਕਰਦਿਆਂ ਗਲਤੀ ਹੋ ਗਈ, ਕਦੇ ਮਨ ਕਿਤੇ ਚਲਿਆ ਗਿਆ, ਕਦੇ ਸੇਵਾ ਕਰਦਿਆਂ ਗਲਤੀ ਹੋ ਜਾਂਦੀ ਮਨੁੱਖ ਤੋਂ। ਪਰ ਤੁਸੀਂ ਕੀ ਕਰਦੇ ਹੋ? ਦਇਆ ਕਰਦੇ ਹੋ। ਸਾਡੇ ਜਿਹੇ ਜਿਹੇ ਵੀ ਕਰਮ ਕੀਤੇ ਹੋਏ ਹੈ, ਤੁਸੀਂ ਸਾਡਾ ਪ੍ਰੇਮ ਦੇਖ ਕੇ ਉਹਨਾਂ ਕੀਤੇ ਹੋਏ ਕਰਮਾਂ ਨੂੰ ਸਫਲਾ ਕਰ ਦਿੰਦੇ ਹੋ। ਚਲੋ ਕੋਈ ਨਹੀਂ, ਬੱਚਾ ਹੈ, ਕਰਦਾ ਤਾਂ ਹੈ ਨਾ। ਇਸ ਕਰਕੇ ਤੁਸੀਂ ਮੇਰੇ ਮਾੜੇ ਮੋਟੇ ਕੀਤੇ ਹੋਏ ਕਰਮਾਂ ਨੂੰ, ਭਾਵੇਂ ਸਾਨੂੰ ਆਉਂਦਾ ਕੁਛ ਨਹੀਂ ਹੈ, ਸਾਨੂੰ ਪਤਾ ਕਿ ਸਾਡੀ ਬੁੱਧੀ ਨਹੀਂ ਹੈ, ਮਾੜਾ ਮੋਟਾ ਤੇਰੇ ਗੁਣ ਗਾਉਂਦੇ ਆ, ਪਰ ਫਿਰ ਵੀ ਤੂੰ ਸਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਦਾ। ਤੁਹਾਨੂੰ ਪਤਾ ਚਲੋ ਭਾਵਨਾ ਨਾਲ ਬੈਠਾ ਹੈ, ਗਾਉਂਦਾ ਹੈ, ਜਿੰਨੀ ਕੁ ਬੁੱਧੀ ਦਿੱਤੀ ਹੈ ਉਹਦੇ ਹਿਸਾਬ ਨਾਲ ਹੀ ਗਾ ਸਕਦਾ ਜੀਵ। ਇਸ ਕਰਕੇ ਮੈਂ ਆਪ ਦੇ ਉੱਤੇ ਬਹੁਤਾ ਹੀ ਮਾਣ ਕਰਦਾ ਹਾਂ। ਤੇਰਿਆਂ ਭਗਤਾਂ ਭੁੱਖ ਸਦ ਤੇਰੀਆ, ਹਰ ਲੋਚਾ ਪੂਰਨ ਮੇਰੀਆ। ਤੇਰਿਆਂ ਭਗਤਾਂ ਨੂੰ ਸਦਾ ਹੀ ਤੇਰੀ ਪ੍ਰਾਪਤੀ ਦੀ ਭੁੱਖ ਰਹਿੰਦੀ ਹੈ। ਇਹ ਵਾਹਿਗੁਰੂ ਤੂੰ ਮੇਰੀਆਂ ਸਾਰੀਆਂ ਜਿਹੜੀਆਂ ਲੋਚਾਂ ਹੁੰਦੀਆਂ, ਇੱਛਾ ਨੇ ਨਾ, ਪੂਰਨ ਕਰਨ ਵਾਲਾ ਹੈ। ਪਰ
ਇੱਕ ਮੇਰੀ ਇਹ ਇੱਛਾ ਵੀ ਪੂਰੀ ਕਰ ਦੇ। ਕਿਹੜੀ ਇੱਛਾ ਗੁਰਸਿੱਖ? ਬੋਲ, ਤੈਨੂੰ ਕੀ ਚਾਹੀਦਾ ਹੈ? ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ। ਇਹ ਸੁਖ ਦੇ ਦੇਣ ਵਾਲੇ ਦਾਤਿਆ, ਆਪਣਾ ਦਰਸ਼ਨ ਦੇਣਾ ਕਰ। ਇਹ ਮਹਾਰਾਜ ਜੀਓ, ਮੈਨੂੰ ਗਲ ਵਿੱਚ, ਗਲ ਬੱਕੜੀ ਵਿੱਚ ਲੈ ਕੇ ਆਪਣੇ ਨਾਲ ਮਿਲਾ ਲਓ। ਇਹ ਪ੍ਰਮਾਤਮਾ, ਜਿੱਥੇ ਤੂੰ ਮੈਨੂੰ ਇੰਨਾ ਕੁਝ ਦਿੱਤਾ ਹੈ, ਉੱਥੇ ਹੁਣ ਦਰਸ਼ਨ ਵੀ ਦੇ ਦਿਓ ਜੀ। ਮੈਨੂੰ ਆਪਣੇ ਗਲਵੱਕੜੀ ਵਿੱਚ ਲੈ ਲਓ ਜੀ, ਪਿਆਰ ਕਰੋ ਮੈਨੂੰ। ਤੁਧ ਜੇਵੜ ਅਵਰ ਨਾ ਭਾਲਿਆ, ਤੂੰ ਦੀਪ ਲੋ ਪਏ ਆਲਿਆ। ਤੁਹਾਡੇ ਜਿੱਡਾ ਵੱਡਾ ਹੋਰ ਕਿਸੇ ਨੂੰ ਨਹੀਂ ਵੇਖਿਆ ਮੈਂ, ਕੋਈ ਨਹੀਂ ਹੈ ਹੋਰ ਤੁਹਾਡੇ ਵਰਗਾ। ਕਿਉਂਕਿ ਤੁਸੀਂ 7 ਦੀਪਾਂ 14 ਲੋਕਾਂ 7 ਪਤਾਲਾਂ ਵਿੱਚ ਪਰਿਪੂਰਨ ਹੋ, ਇੰਨਾ ਵੱਡਾ ਨਹੀਂ ਹੈ ਕੋਈ। ਤੂੰ ਥਾਨ ਤਨੰਤਰ ਰਵ ਰਹਿਆ, ਨਾਨਕ ਭਗਤਾਂ ਸੱਚ ਆਧਾਰ ਜੀਓ। ਤੁਸੀਂ ਥਾਨਾਂ ਦੇ ਅੰਦਰ ਅਤੇ ਥਨੰਤਰ ਜੀਵਾਂ ਵਿੱਚ ਰਵ ਰਹੇ ਹੋ, ਪਰਿਪੂਰਨ ਹੋ, ਵਿਆਪਕ ਹੋ। ਸਤਿਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਭਗਤਾਂ ਨੂੰ ਇਹ ਸੱਚੇ ਵਾਹਿਗੁਰੂ ਆਪ ਜੀ ਦਾ ਹੀ ਆਧਾਰ ਹੈ, ਆਸਰਾ ਹੈ। ਕਿਸੀ ਹੀ ਕੋਈ ਕੋਏ, ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ, ਜਾਂ ਲਗ ਚਿੱਤ ਨ ਆਵਹੀ। ਹਉ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰ ਮਿਲ ਉੱਚ ਦੁਮਾਲੜਾ। ਮੈਂ ਗੋਸਾਈਂ ਪ੍ਰਮਾਤਮਾ ਦਾ ਨਿੱਕਾ ਜਿਹਾ ਪਹਿਲਵਾਨ ਹਾਂ, ਪਰ ਮੈਂ ਗੁਰਾਂ ਨਾਲ ਮਿਲ ਕੇ ਜਸ ਰੂਪ ਉੱਚਾ ਦੁਮਾਲੜਾ ਬੰਨਿਆ ਹੈ। ਗੁਰਾਂ ਨਾਲ ਮਿਲ ਕੇ ਮੈਨੇ ਵਿਸ਼ੇਸ਼ ਕਰਕੇ ਜੋ ਦਵੈਤ ਭਾਵ ਨੂੰ ਖਤਮ ਕਰ ਦਿੱਤਾ, ਦਵੈਸ਼ ਨੂੰ ਮਲ ਦਿੱਤਾ, ਇਹੀ ਦੁਮਾਲੜਾ ਬੰਨਿਆ। ਦੁਮਾਲਾ ਦੋਹਰੀ ਦਸਤਾਰ, ਇੱਕ ਛੋਟੀ ਦਸਤਾਰ ਥੱਲੇ, ਇੱਕ ਵੱਡੀ ਉੱਪਰ। ਸੋ ਮਹਾਰਾਜ ਦਾ ਹੁਕਮ ਸੀ, ਜਦੋਂ ਮੇਰੀ ਹਜ਼ੂਰੀ ਆਉਣਾ, ਦੁਮਾਲਾ ਸਜਾ ਕੇ ਆਉਣਾ। ਦਸਤਾਰਾਂ 2, ਛੋਟੀ ਦਸਤਾਰ ਦੇ ਉੱਪਰੋਂ ਵੱਡੀ ਸਜਾ ਕੇ। ਨਿਹੰਗ ਸਿੰਘ ਫੌਜਾਂ ਵਿੱਚ ਦੁਮਾਲਾ ਸਜਾਇਆ ਜਾਂਦਾ। ਇਸ ਪ੍ਰਕਾਰ ਦੇ ਨਾਲ ਜਦੋਂ ਵੀ ਦੁਮਾਲਾ ਸਜਾਉਣਾ, ਦਸਤਾਰ ਬੰਨ੍ਹਣੀ, ਉਦੋਂ ਸ਼ਲੋਕ ਪਤ ਰਾਖੀ ਗੁਰਪਾਦ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ, ਨਾਨਕ ਸੋ ਰਾਧੀ ਅੰਤਰਾ ਪਾਰਾਵਾਰ। 52 ਅੱਖਰੀ ਵਿੱਚੋਂ ਖਿਆਲ ਕੀਤਾ ਜਾਂਦਾ, ਸ਼ਾਇਦ 37ਵਾਂ ਸ਼ਲੋਕ ਹੈ ਇਹ। ਔਰ ਇਹ ਜਿਹੜੀਆਂ ਪੰਗਤੀਆਂ ਨੇ, 2 ਪੰਗਤੀਆਂ ਨਿਹੰਗ ਸਿੰਘ ਦਸਤਾਰ ਸਜਾਉਣ ਲੱਗਿਆਂ ਪੜ੍ਹਦੇ ਨੇ। ਹਾਂ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਈਓ ਬੈਠਾ ਵੇਖੈ ਆਪ ਜੀਓ। ਇਹ ਸੰਸਾਰ ਰੂਪ ਛਿੰਝ ਜਿਹੜੀ ਨਾ ਅਖਾੜੇ ਵਿੱਚ ਗੁਰਮੁਖ ਤੇ ਮਨਮੁਖ ਰੂਪ ਪਹਿਲਵਾਨਾਂ ਦੀ ਇਕੱਤਰਤਾ ਹੋਈ ਹੈ। ਜੰਮੇ ਇਕੱਠੇ ਹੀ ਨੇ ਸਾਰੇ। ਇਸ ਸੰਸਾਰ ਛਿੰਝ ਦੇ ਪਵਾਉਣ ਵਾਲਾ ਦਈਓ ਹੁੰਦਾ ਪ੍ਰੇਰਕ। ਦੱਦਾ ਯਈਏ ਨੂੰ ਔਂਕੜ ਦਈਓ, ਪਿੱਛੇ ਆਇਆ ਸੀ ਦੱਦੇ ਔਂਕੜ ਯਈਏ ਕਿੰਨਾ ਦੁਈਆ। ਇਹ ਯਈਏ ਦੀ ਆਵਾਜ਼ ਬਦਲ ਜਾਂਦੀ ਹੈ। ਸਭ ਬੈਰਨ ਕਉ ਆਸ ਸੰਘਰੀਆ ਹੈ। ਇਸ ਕਰਕੇ ਪਾਠ ਕਰਨ ਵੇਲੇ ਬਹੁਤ ਧਿਆਨ ਦੇਣਾ ਪੈਂਦਾ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ। ਸੋ ਇਸ ਕਰਕੇ ਛਤਰ ਚੱਕਰ ਮਾਨਿਆ, ਛਤਰ ਚੱਕਰ ਜਾਣਿਆ, ਛਤਰ ਚੱਕਰ ਦਾਨਿਆ। ਸਿਹਾਰੀ ਬਿਹਾਰੀ ਨਾਲ ਹੀ ਦੀ ਆਵਾਜ਼ ਬਦਲ ਜਾਂਦੀ ਹੈ। ਦੁਈਆ ਕਾਗਲ ਚਿੱਤ ਨਾ ਜਾਣਦਾ। ਇੱਥੇ ਬੈਠਾ ਉਚਾਰਨ ਕੀਤਾ ਦਈਓ ਬੈਠਾ ਵੇਖਿਆ ਆਪ ਜੀਓ। ਦਈਓ ਹੁੰਦਾ ਪ੍ਰੇਰਕ ਪਰਮਾਤਮਾ, ਆਪ ਹੀ ਇਹਨਾਂ ਸਾਰਿਆਂ ਜੀਵਾਂ ਨੂੰ ਇਕਾਂਤ ਜਗ੍ਹਾ ਤੇ ਬੈਠ ਕੇ ਵੇਖ ਰਿਹਾ। ਜਿਵੇਂ ਪ੍ਰਤੱਖ ਛਿੰਝ 'ਚ ਟੰਮਕ ਤੇ ਭੇਰੀਆਂ ਵੱਜਦੇ ਨੇ, ਇਸ ਸੰਸਾਰ ਵਿੱਚ ਛਿੰਝ ਟੰਮਕ ਤੇ ਭੇਰੀਆਂ ਕਿਹੜੀਆਂ ਵੱਜ ਰਹੀਆਂ ਸੰਸਾਰ ਰੂਪੀ ਛਿੰਝ ਵਿੱਚ। ਮਹਾਰਾਜ ਕਹਿਣ ਲੱਗੇ, ਵਾਤ ਵੱਜਨ ਟੰਮਕ ਭੇਰੀਆਂ। ਆਹ ਜਿਹੜੇ ਸਾਰੇ ਜੀਵ ਨੇ ਨਾ, ਇਹ ਵਾਤ ਮੂੰਹਾਂ ਵਿੱਚੋਂ ਜਿਹੜੇ ਛੋਟੇ ਛੋਟੇ ਸ਼ਬਦ ਕਰਦੇ ਨੇ, ਗੱਲਾਂ ਕਰਦੇ ਨੇ, ਬੋਲਦੇ ਨੇ, ਪੰਛੀ ਬੋਲਦੇ ਨੇ, ਹਰ ਕੋਈ ਬੋਲਦਾ ਹੈ। ਇਹ ਟੰਮਕ ਹੁੰਦੇ ਨੇ ਛੋਟੇ ਨਗਾਰੇ, ਤੂਤੀਆਂ ਵੱਜ ਰਹੀਆਂ ਨੇ। ਤਮਾਮ ਜੀਵਾਂ ਦੇ ਵਾਤ ਮੂੰਹ 'ਚੋਂ ਜੋ ਵੱਡੇ ਵੱਡੇ ਸ਼ਬਦ ਹੋ ਰਹੇ ਨੇ, ਉੱਚੀਆਂ ਆਵਾਜ਼ਾਂ ਵਿੱਚ ਬੋਲਦੇ ਨੇ, ਇਹ ਭੇਰੀਆਂ ਤੋਂ ਭਾਵ ਵੱਡੇ ਨਗਾਰੇ ਧੌਂਸੇ ਵੱਜ ਰਹੇ ਨੇ। ਮਲ ਲੱਥੇ ਲੈਂਦੇ ਫੇਰੀਆਂ। ਗੁਰਮੁਖ ਤੇ ਮਨਮੁਖ ਰੂਪ ਜਿਹੜੇ ਮੱਲ ਨੇ, ਪਹਿਲਵਾਨ, ਉਹ ਸੰਸਾਰ ਰੂਪ ਛਿੰਝ ਜਿਹੜਾ ਅਖਾੜਾ ਹੈ, ਇਸ ਅਖਾੜੇ ਦੇ ਵਿੱਚ ਲੱਥ ਤੋਂ ਭਾਵ ਉਤਰੇ ਹੋਏ ਫੇਰੀਆਂ ਲੈ ਰਹੇ ਨੇ। ਗੁਰਮੁਖਾਂ ਰੂਪ ਪਹਿਲਵਾਨ ਫੇਰੀਆਂ ਲੈਂਦੇ ਹੋਏ, ਹੱਲੇ ਦੇ ਸ਼ਬਦ ਪੜ੍ਹਦੇ ਹੋਏ ਸੰਸਾਰ ਛਿੰਝ 'ਚ ਆ ਕੇ ਉਤਰੇ ਨੇ। ਤੇਰਾ ਕੀਤਾ ਜਾਤੋ ਨਾਹੀ
मैनो जोग कीतोई, मैं निर्गुणियारे को गुण नाहीं, आपे तरस पए होई। तरस पया मेहरा मत होई, सतगुर सज्जन मिलिया, नानक नाम मिलै तां जीवा, तन मन थीवै हरिया। ਮਨਮੁਖਾਂ ਰੂਪੀ ਪਹਿਲਵਾਨ ਫੇਰੀਆਂ ਲੈਂਦੇ ਹੋਏ ਸਿਰਫ ਡੰਡ ਰੌਲਾ ਪਾਉਂਦੇ ਨੇ। ਸੰਸਾਰ ਛਿੰਝ 'ਚ ਉਤਰੇ ਤਾਂ ਹੋਏ ਨੇ, ਪਰ ਵਿਕਾਰਾਂ ਨੂੰ ਭੋਗਣ 'ਚ ਹੀ ਰੌਲਾ ਪਾਈ ਜਾਂਦੇ ਨੇ, ਵਿਸ਼ਿਆਂ ਦੀਆਂ ਗੱਲਾਂ ਕਰੀ ਜਾਂਦੇ ਨੇ, ਉਹ ਨਿੰਦਿਆ ਦਾ ਹੀ ਰੌਲਾ ਪਾਉਂਦੇ ਨੇ, ਉਹ ਹਮੇਸ਼ਾ ਚੁਗਲੀਆਂ ਹੀ ਕਰੀ ਜਾਂਦੇ ਨੇ। ਉਹ ਹਮੇਸ਼ਾ, ਜਿਵੇਂ 100 ਸਾਖੀ 'ਚ ਲਿਖਿਆ ਮਹਾਰਾਜ ਨੇ, ਰੌਲੇ ਕੇ ਸਿੱਖ ਹੋਹਾਂਗੇ। ਕਹਿਣ ਤੋਂ ਭਾਵ ਮਹਾਰਾਜ ਕਹਿੰਦੇ ਬਾਣੀ ਤਾਂ ਘੱਟ ਪੜ੍ਹਨ ਵਾਲੇ ਹੀ ਹੋਣਗੇ, ਸਿੱਖ ਰੌਲਾ ਪਾਉਣ ਵਾਲੇ ਜ਼ਿਆਦਾ ਹੋਣਗੇ ਆਉਣ ਵਾਲੇ ਸਮੇਂ 'ਚ। ਇਸ ਕਰਕੇ ਉਹ ਮਨਮੁਖਾਂ ਦੀ ਦਸ਼ਾ ਧਾਰਨ ਕਰਨ ਜਾਣਗੇ। ਸੋ ਮਹਾਰਾਜ ਨੇ ਜਿਵੇਂ 100 ਸਾਖੀ 'ਚ ਲਿਖਿਆ, ਸੰਤ ਖਾਲਸਾ ਕਾ ਹੋਸੀ ਪ੍ਰਕਾਸ਼, ਮਲੇਸ਼ ਖਾਲਸਾ ਕਾ ਹੋਸੀ ਨਾਸ। ਖਾਲਸਾ ਮਲੇਸ਼ ਵੀ ਹੋ ਜਾਂਦਾ ਕਦੇ ਕਦੇ ਵਿੱਚ। ਇਹ ਡੰਡ ਰੌਲਾ ਪਾਉਣ ਵਾਲੇ ਮਨਮੁਖ ਲੋਕ ਸੰਸਾਰ ਛਿੰਝ 'ਚ ਉਤਰੇ ਹੋਏ ਨੇ। ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਜਿਸ ਵੇਲੇ ਗੁਰੂ ਸਾਹਿਬ ਨੇ ਮੇਰੀ ਕੰਡ ਤੇ ਪਿੱਠ ਤੇ ਥਾਪੀ ਦਿੱਤੀ, ਉਸ ਵੇਲੇ ਮੈਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਪੰਜੇ ਸੂਰਮੇ ਸੀ, ਇਹ ਨਿਹਤੇ ਮੈਂ ਕਾਬੂ ਕਰ ਲਏ। ਸੋ ਇੱਕ ਹੁੰਦਾ ਇਹੀ ਅੱਖਰ ਨਿਹੱਤੇ ਬਣ ਜਾਂਦਾ, ਇਹੀ ਅੱਖਰ ਨਿਹਤੇ ਹੈ। ਔਰ ਇਸ ਕਰਕੇ ਨਿਹੱਤੇ ਵਿਸ਼ੇਸ਼ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮੈਂ ਮਾਰ ਦਿੱਤੇ ਨੇ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਜਿਵੇਂ ਜਿਹੜੇ ਪ੍ਰਤੱਖ ਮੱਲ ਅਖਾੜੇ 'ਚ ਸਾਰੇ ਪਹਿਲਵਾਨ ਇਕੱਠੇ ਹੋ ਕੇ ਆਉਂਦੇ ਨੇ, ਸਭ ਇਕੱਠੇ ਹੋਏ ਆਇਆ, ਪਰ ਜੇ ਘਰੇ ਜਾਂਦੇ ਨੇ ਵਾਪਸ ਘਰਾਂ ਨੂੰ, ਪਿੰਡਾਂ 'ਚ ਕਈ ਪਿੰਡਾਂ ਦੇ ਇਕੱਠ ਵਿੱਚ ਜਦੋਂ ਮੇਲਾ ਲੱਗਦਾ, ਭਲਵਾਨ ਕੁਸ਼ਤੀਆਂ ਕਰਦੇ ਨੇ, ਇਕੱਠੇ ਹੋ ਕੇ ਸਾਰੇ ਆਉਂਦੇ ਨੇ, ਪਰ ਘਰ ਨੂੰ ਜਦੋਂ ਜਾਂਦੇ ਨੇ, ਘਰ ਜਾਸਨ ਵਾਟ ਵਟਾਇਆ। ਪਰ ਜਿਸ ਵੇਲੇ ਘਰਾਂ ਨੂੰ ਵਾਪਸ ਜਾਂਦੇ ਨੇ ਤਾਂ ਵਾਟ ਹੁੰਦਾ ਰਸਤਾ ਬਦਲ ਕੇ ਜਾਂਦੇ ਨੇ, ਕਿਉਂਕਿ ਜਿਸ ਰਸਤੇ ਜਿੱਤ ਵਾਲੇ ਭਲਵਾਨ ਜਾਂਦੇ ਨੇ, ਉਹ ਰਸਤੇ ਹਾਰ ਵਾਲੇ ਭਲਵਾਨ ਨਹੀਂ ਜਾਂਦੇ। ਉਹ ਕਿੱਧਰ ਦੀ ਜਾਂਦੇ ਨੇ? ਲੋਕ ਤਾਂ ਰਾਹੋ ਰਾਹੀ ਜਾਂਦੇ ਨੇ, ਉਹ ਵੱਟੇ ਵੱਟ ਖੇਤਾਂ ਦੀਆਂ ਵੱਟਾਂ ਤੇ ਉਹਲੇ ਜਿਹੇ ਹੋ ਕੇ ਜਾਂਦੇ ਹਾਰੇ ਹੋਏ ਭਲਵਾਨ, ਡਾਂਡੇ ਬੀਂਡੇ ਜਾਂਦੇ ਨੇ। ਉਹ ਇੱਧਰ ਉੱਧਰ ਹੋ ਕੇ ਵੀ ਕੋਈ ਦੇਖ ਨਾ ਲਵੇ, ਕੋਈ ਬਦਨਾਮੀ ਨਾ ਹੋ ਜੇ, ਕੋਈ ਬਦਨਾਮੀ ਦੀ ਗੱਲ ਨਾ ਕਹਿ ਦੇ, ਐਵੇਂ ਚੁਭਣ ਵਾਲੀ ਛੁਪਦੇ ਫਿਰਦੇ ਨੇ। ਫਿਰ ਉਹ ਇਸੇ ਪ੍ਰਕਾਰ ਸਤਿਗੁਰੂ ਕਹਿੰਦੇ ਗੁਰਮੁਖ ਤੇ ਮਨਮੁਖ ਦਾ ਜਨਮ ਸੰਸਾਰ 'ਚ ਇਕੱਠਾ ਹੀ ਹੁੰਦਾ। ਆਉਂਦੇ ਤਾਂ ਸਾਰੇ ਇਕੱਠੇ ਹੀ ਨੇ ਮਾਤਾ ਦੇ ਉਦਰ ਤੋਂ, ਕਿਉਂਕਿ ਮਨੁੱਖ ਜਨਮ ਸਾਰਿਆਂ ਦਾ ਇੱਕੋ ਜਿਹਾ ਹੀ ਹੈ, ਜਿਹਾ ਜਿਹਾ ਗੁਰਮੁਖਾਂ ਦਾ ਉਹੋ ਜਿਹਾ ਮਨਮੁਖਾਂ ਦਾ। ਪਰ ਜਿਸ ਵੇਲੇ ਪਰਲੋਕ ਘਰ ਜਾਂਦੇ ਤਾਂ ਰਸਤਾ ਬਦਲ ਜਾਂਦਾ। ਗੁਰਮੁਖ ਮੁਕਤ ਰੂਪ ਰਸਤੇ ਚਲੇ ਜਾਂਦੇ, ਮਨਮੁਖ ਜਮਾਂ ਦੇ ਮਾਰਗ ਤੇ ਚਲੇ ਜਾਂਦੇ ਨੇ। ਮਨਮੁਖਾਂ ਨੇ ਭਗਤੀ ਰੂਪ ਵਾਟ ਨੂੰ ਬਦਲ ਦਿੱਤਾ, ਇਸ ਕਰਕੇ ਉਹ ਨਰਕਾਂ ਰੂਪ ਘਰ ਵਿੱਚ 84 ਲੱਖ ਜੂਨੀ ਰੂਪ ਘਰ ਵਿੱਚ ਨਹੀਂ ਜਾਂਦੇ। ਗੁਰਮੁਖਾਂ ਨੇ ਸੰਸਾਰਕ ਵਾਟ ਨੂੰ ਬਦਲਾ ਦਿੱਤਾ, ਇਸ ਕਰਕੇ ਉਹ ਗੁਰਮੁਖ ਸਰੂਪ ਰੂਪੀ ਘਰ ਜਾਂਦੇ ਨੇ। ਮਨਮੁਖਾਂ ਨੇ ਭਗਤੀ ਰੂਪ ਵਾਟ ਨੂੰ ਬਦਲਾਉਣ ਕਰਕੇ ਉਹ ਨਰਕਾਂ ਰੂਪ ਜਾਂ 84 ਲੱਖ ਜੂਨਾਂ ਦੇ ਘਰਾਂ 'ਚ ਚਲੇ ਜਾਂਦੇ ਨੇ। ਗੁਰਮੁਖ ਤਾਂ ਸਰੂਪ ਰੂਪੀ ਘਰ 'ਚ ਜਾਂਦੇ ਨੇ, ਪਰ ਮਨਮੁਖਾਂ ਨੇ ਉਹ ਵਾਟ ਨੂੰ ਮਿਟਾਇਆ, ਬਦਲਾ ਹੀ ਦਿੱਤਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਤਾਂ ਨਾਮ ਦਾ ਲਾਭ ਲੈ ਕੇ ਸੱਚਖੰਡ ਚਲੇ ਗਏ ਨੇ। ਮਨਮੁਖ ਜੀਵ ਆਪਣੇ ਮੂਲ ਰੂਪ ਸਵਾਸਾਂ ਨੂੰ ਵੀ ਗਵਾ ਕੇ ਜੰਮਪੁਰੀ ਨੂੰ ਚਲੇ ਗਏ ਨੇ। ਤੂੰ ਵਰਨਾ ਚਿਹਨਾ ਬਹਾਰਾ, ਹਰ ਦਿਸ ਹੈ ਹਾਜ਼ਰ ਜਾਹਰਾ। हे ਵਾਹਿਗੁਰੂ, ਤੁਸੀਂ ਚਾਰੇ ਵਰਨਾਂ ਤੋਂ ਅਤੇ ਅਨੇਕ ਪ੍ਰਕਾਰ ਦੇ ਚਿੰਨ੍ਹਾਂ ਤੋਂ ਬਾਹਰ ਹੋ। हे ਵਾਹਿਗੁਰੂ, ਤੁਸੀਂ ਹਰ ਇੱਕ ਜਗ੍ਹਾ ਉੱਪਰ ਹਾਜ਼ਰਾ, ਹਜੂਰ, ਜਾਹਰਾ, ਜਹੂਰ ਹੋ। ਨੇੜੇ ਜਾਹਰਾ ਤੋਂ ਭਾਵ, ਨੇੜੇ ਤੋਂ ਨੇੜੇ ਜਾਹਰਾ ਤੋਂ ਭਾਵ ਪ੍ਰਸਿੱਧ ਦਿਸ ਰਹੇ ਹੋ ਸਾਰੇ। ਸੁਣ ਸੁਣ ਤੁਝੈ ਧਿਆਏਂਦੇ, ਤੇਰੇ ਭਗਤ ਰਤੇ ਗੁਣਤਾਸ ਜੀਓ। हे ਗੁਣਤਾਸ, ਸ਼ੁਭ ਗੁਣਾਂ ਦੇ ਸਮੁੰਦਰ, ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਤੇਰੇ ਭਗਤ ਤੇਰੇ ਪ੍ਰੇਮ ਵਿੱਚ ਰੰਗੇ ਹੋਏ, ਤੇਰੇ ਜਸ ਨੂੰ ਸੁਣ ਸੁਣ ਕੇ, ਕੰਨਾਂ ਦੁਆਰੇ ਸੁਣ ਕੇ ਤੈਨੂੰ ਹੀ ਧਿਆਉਂਦੇ ਨੇ। ਮੈਂ ਜੁਗ ਜੁਗ ਦਈਐ ਸੇਵੜੀ, ਗੁਰ ਕੱਟੀ ਮਹਿੰਡੀ ਜੇਵੜੀ। ਇੱਥੇ ਫੇਰ ਦੱਦਾ ਅਤੇ ਯਈਏ ਨੂੰ ਆਈਆਂ ਨੇ ਦੁਲਾਈਆਂ। ਦਈਐ, ਮੈਂ ਜੁਗ ਜੁਗ ਦਈਐ ਸੇਵੜੀ। ਇਹ ਦਈਐ ਤੋਂ ਭਾਵ ਹੁੰਦਾ ਇੱਥੇ ਵੀ ਪ੍ਰੇਰਕ ਹੀ ਹੈ ਇਹਦਾ ਵਾਚਕ। ਇਹ ਪ੍ਰੇਰਕ ਪ੍ਰਮਾਤਮਾ ਜੁਗਾਂ ਜੁਗਾਂ ਵਿੱਚ
मैनू गुर सेवा करनी दे दिओ। मैं जुग जुग दई है सेवड़ी, सेवा करनी दे दिओ जुगां जुगां च। गुर कट्टी मेहंडी जेवड़ी, क्योंकि गुरां ने मेहंदी मेरी जिहड़ी वासना रूपी जेवड़ी रस्सी सी अथवा जमां दी जेवड़ी जिहड़ी फाही सी वो कट दित्ती, तृष्णा रूपी जेवड़ी कट दित्ती। जेवड़ा तो जेवड़ी, जेवड़ा हुंदा रस्सा ते जेवड़ी हुंदी रस्सी, सिल्क दी रस्सी ਜਿਹੜੀ ਟੁੱਟੇ ਹੀ ਨਾ, ਮਾਇਆ ਦੀ ਰੱਸੀ ਕੱਟ ਦਿੱਤੀ ਹੁਣ ਗੁਰਾਂ ਨੇ ਕਿਰਪਾ ਕਰਕੇ। ਹਉ ਬਾਹੜ ਛਿੰਝ ਨਾ ਨੱਚਉ, ਹਉ ਤੋਂ ਭਾਵ ਮੈਂ ਇਸ ਸੰਸਾਰ ਰੂਪੀ ਛਿੰਝ ਮੱਲ ਖਾੜੇ 'ਚ ਹੁਣ ਦੁਬਾਰਾ ਨਹੀਂ ਨੱਚਾਂਗਾ, ਮੁੜ ਕੇ ਜਨਮ ਹੀ ਨਹੀਂ ਲੈਣਾ, ਸੱਚਖੰਡ ਵਿੱਚ ਸਦੀਵੀ ਨਿਵਾਸ ਮਿਲ ਜਾਣਾ। ਕਿਉਂਕਿ ਨਾਨਕ ਅਵਸਰ ਲੱਦਾ ਭਾਲ ਜੀਓ, ਮਹਾਰਾਜ ਕਥਨ ਕਰਦੇ ਮਨੁੱਖਾ ਦੇਹ ਰੂਪੀ ਅਵਸਰ ਜਿਹੜਾ ਸਮੇਂ ਵਿੱਚ ਮੈਂ ਵਾਹਿਗੁਰੂ ਜੀ ਨੂੰ ਢੂੰਡ ਲਿਆ ਹੈ, ਲੱਭ ਲਿਆ ਹੈ। ਇਹ ਸਤਸੰਗ ਰੂਪ ਸਮੇਂ ਨੂੰ ਮੈਂ ਜੀਵ ਨੇ ਢੂੰਡ ਲਿਆ, ਲੱਭ ਲਿਆ, ਇਹਦੇ ਵਿੱਚੋਂ ਮੈਨੂੰ ਨਾਮ ਮਿਲ ਗਿਆ, ਦਰਸ਼ਨ ਹੋ ਗਏ ਨੇ, ਪ੍ਰਕਾਸ਼ ਹੋ ਗਿਆ। ਫੇਰ ਕਿਉਂ ਆਵਾਂਗਾ ਹੁਣ ਜਦੋਂ ਹਿਰਦੇ 'ਚ ਪ੍ਰਕਾਸ਼ ਹੋ ਗਿਆ। ਜਿਹਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਜਿਹਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ, ਦੁਬਾਰਾ ਨਹੀਂ ਆਉਂਦਾ ਸੰਸਾਰ ਅੰਦਰ, ਫੇਰ ਨਹੀਂ ਜੰਮਦਾ ਮਰਦਾ।